तो मैं ਰਵਿੰਦਰ ਸਰਾਣਾ ਸਵਾਗਤ ਕਰਨਾ ਤੁਹਾਡਾ ਨਾਉ ਹਿੰਦੁਸਤਾਨ 'ਚ। ਦੋਸਤੋ ਸਮੇਂ-ਸਮੇਂ 'ਚ ਅਸੀਂ ਤੁਹਾਨੂੰ ਬਹੁਤ ਲੋਕ ਮਿਲਾਏ ਨੇ, ਕਈ ਪਰਸਨੈਲਿਟੀਆਂ ਮਿਲਾਈਆਂ ਨੇ, ਕਈ ਸਮਾਜ ਸੇਵਕ ਮਿਲਾਏ ਨੇ ਅਤੇ ਕਈ ਸਮਾਜ ਵਿੱਚ ਐਸੇ ਲੋਕ ਵੀ ਮਿਲਾਏ ਨੇ ਜਿਨ੍ਹਾਂ ਦਾ ਪਰਸਨੈਲਿਟੀ ਨਾਲ ਕੋਈ ਲੈਣਾ ਦੇਣਾ ਨਹੀਂ, ਬਟ ਇੱਕ ਜ਼ਮੀਨੀ ਲੈਵਲ 'ਤੇ ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਦੋਸਤੋ ਅੱਜ ਜਿਸ ਇਨਸਾਨ ਨਾਲ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਉਹ ਇਨਸਾਨ ਜੇ ਆਪਾਂ ਆਪਣੀ ਆਮ ਲੈਂਗੁਏਜ 'ਚ ਗੱਲ ਕਰੀਏ, ਨਾ ਪੁरुष ਹੈ ਨਾ ਮਹਿਲਾ ਹੈ। ਸਮਝ ਹੀ ਗਏ ਹੋਣਗੇ, ਥਰਡ ਜੈਂਡਰ ਦੀ ਗੱਲ ਕਰ ਰਿਹਾ ਮੈਂ, ਕਿੰਨਰ ਦੀ ਗੱਲ ਕਰ ਰਿਹਾ। ਉਹਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ। ਹਾਲਾਂਕਿ ਸਮਾਜ ਵਿੱਚ ਕਿੰਨਰਾਂ ਨੂੰ ਅਗਰ ਦੇਖਿਆ ਜਾਂਦਾ ਪਹਿਲੇ ਦ੍ਰਿਸ਼ਟੀਕੋਣ ਨਾਲ, ਤਾਂ ਉਹਨਾਂ ਦਾ ਕੰਮ ਹੁੰਦਾ ਹੈ ਵਧਾਈਆਂ ਮੰਗਣਾ ਅਤੇ ਖਾਣਾ। ਲੇਕਿਨ ਜਿਵੇਂ ਜਿਵੇਂ ਹਿੰਦੁਸਤਾਨ ਆਜ਼ਾਦ ਹੋਇਆ, ਅਸੀਂ ਧੀਰੇ ਉੱਪਰ ਆਏ, ਤਰੱਕੀ ਕੀਤੀ ਅਤੇ ਇਹਨਾਂ ਨੇ ਵੀ ਤਰੱਕੀ ਕੀਤੀ। ਹਾਲਾਂਕਿ ਬਿਲਕੁਲ ਹੁਣ ਜੋ ਸਾਡਾ ਸ਼ਾਸਨ ਪ੍ਰਸ਼ਾਸਨ, ਸਾਡੀ ਸਰਕਾਰਾਂ ਨੇ, ਉਹ ਵੀ ਇਹਨਾਂ ਨੂੰ ਪੂਰਾ ਅਧਿਕਾਰ ਦਿੰਦੀਆਂ ਨੇ ਕਿ ਉਹ ਜਿਵੇਂ ਇੱਕ ਇਨਸਾਨ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਇਹ ਕਰ ਸਕਦੇ ਨੇ। ਦੋਸਤੋ ਅਸੀਂ ਲੁਧਿਆਣਾ ਦੇ ਰਿਸ਼ੀ ਨਗਰ ਵਾਈ ਬਲਾਕ ਵਿੱਚ ਹਾਂ, ਜਿਸ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਇਨਸਾਨ ਨਾਲ, ਇਨਸਾਨੀਅਤ ਨਾਲ। ਉਹਨਾਂ ਦਾ ਨਾਮ ਹੈ ਮੋਨੀ ਮਹੰਤ ਜਾਂ ਮੋਹਨ ਮਹੰਤ ਕਹਿ ਸਕਦੇ ਹੋ। ਉਹਨਾਂ ਦੀ ਐਜੂਕੇਸ਼ਨ ਹੈ MA ਉਹਨਾਂ ਨੇ ਕੀਤੀ ਹੈ, MSW ਕੀਤੀ ਹੋਈ ਹੈ ਅਤੇ PhD ਦੀ ਤਿਆਰੀ ਕਰ ਰਹੇ ਹਾਂ। ਸਭ ਤੋਂ ਜਿਹੜੀ ਖਾਸ ਗੱਲ, ਅਹਿਮ ਗੱਲ ਹੈ, ਉਹ ਨੈਸ਼ਨਲ ਲੋਕ ਅਦਾਲਤ ਦੇ ਜੱਜ ਪੈਨਲ ਦੇ ਮੈਂਬਰ ਨੇ ਅਤੇ ਪੰਜਾਬ ਦੇ ਉਹ ਪਹਿਲੇ ਐਵੇਂ ਦੇ ਕਿੰਨਰ ਨੇ ਕਿ ਜਿਹੜੇ ਨੈਸ਼ਨਲ ਲੋਕ ਅਦਾਲਤ ਅਤੇ ਜੱਜ ਪੈਂਬਰ ਦੇ ਜਿਹੜੇ ਮੈਂਬਰ ਨੇ। ਉਹ ਇਨਸਾਨ ਨਾਲ ਅਸੀਂ ਗੱਲਬਾਤ ਕਰਾਂਗੇ, ਲੇਕਿਨ ਇੱਕ ਹੋਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ, ਇਹਨਾਂ ਨੇ 27 ਸਾਲ ਡੇਰੇ ਵਿੱਚ ਕੱਢੇ ਨੇ, ਸੁੱਖ ਦੁੱਖ ਹੰਢਾਇਆ ਹੈ, ਡੇਰੇ ਦੀ ਰੀਤੀ ਰਿਵਾਜ ਨੂੰ ਸਮਝਿਆ ਹੈ। ਉਸ ਤੋਂ ਬਾਅਦ ਇਹ ਇਸ ਲੈਵਲ 'ਤੇ ਆਏ ਨੇ। ਲੇਕਿਨ ਕਿਤੇ ਨਾ ਕਿਤੇ ਇੱਕ ਟੈਲੈਂਟ ਜਿਹੜਾ ਹੈ ਉਹ ਇਹਨਾਂ ਦੇ ਨਾਲ ਨਾਲ ਚੱਲਿਆ ਹੈ, ਜਿਸ ਵਜ੍ਹਾ ਨਾਲ ਇਹਨਾਂ ਨੇ ਐਜੂਕੇਸ਼ਨ ਦੇ ਨਾਲ ਨਾਲ ਜੋ ਇੱਕ ਕੁਆਲਿਟੀ ਗੇਨ ਕੀਤੀ, ਉਹ ਕੁਆਲਿਟੀ ਦੇ ਕਹਿੰਦੇ ਸਦਕਾ ਹੀ ਅੱਜ ਇੱਥੇ ਉਪਸਥਿਤ ਹੋਏ ਨੇ। ਸਾਡੇ ਨਾਲ ਮੋਨੀ ਮਹੰਤ ਜੀ ਜੁੜ ਚੁੱਕੇ ਨੇ। ਮੈਡਮ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਜਦੋਂ ਮੈਨੂੰ ਤੁਹਾਡੇ ਬਾਰੇ ਪਤਾ ਲੱਗਾ ਅਤੇ ਮੇਰਾ ਦਿਲ ਜੇ ਕੀਤਾ ਕਿ ਮੈਂ ਜ਼ਰੂਰ ਤੁਹਾਡੇ ਨਾਲ ਮਿਲਾਂ, ਅਤੇ ਜੋ ਤੁਸੀਂ ਅਜੇ ਤੱਕ ਜ਼ਿੰਦਗੀ 'ਚ ਹੰਢਾਇਆ, ਜਿਵੇਂ ਜਿਵੇਂ ਤੁਸੀਂ ਜ਼ਿੰਦਗੀ ਬਿਤਾਈ ਹੈ, ਉਹ ਸਾਡੇ ਦਰਸ਼ਕ ਵੀ ਦੇਖਣ ਅਤੇ ਇੱਕ ਜੋ ਤੁਹਾਡਾ ਆਪਣਾ ਜੀਵਨ ਰਿਹਾ ਉਹਦੇ ਬਾਰੇ ਜਾਣਨ। ਪਹਿਲੇ ਇਹ ਤੁਸੀਂ ਦੱਸੋ ਕਿ ਤੁਸੀਂ 27 ਸਾਲ ਡੇਰੇ 'ਚ ਰਹੇ ਹੋ, ਕਿਵੇਂ ਆਏ ਡੇਰੇ 'ਚ? ਮੈਂ 13 ਸਾਲ ਦੀ ਸੀ। ਵੈਸੇ ਮੇਰਾ ਬਰਥ ਜੂੰਝਨੂ ਡਿਸਟ੍ਰਿਕਟ ਦਾ ਹੈ, ਰਾਜਸਥਾਨ ਦਾ, ਅਤੇ ਮੈਂ 13 ਸਾਲ ਦੀ ਸੀ, 6ਵੀਂ ਕਲਾਸ ਪੜ੍ਹਦੀ ਸੀ। ਉਦੋਂ ਹੀ ਮੈਂ ਇੱਥੇ ਕਿੰਨਰਾਂ ਆ ਗਈ ਸੀ, ਮੈਨੂੰ ਲੈ ਆਏ ਸੀ ਇੱਥੇ। ਅਤੇ ਮੇਰੇ ਪੇਰੈਂਟਸ ਨੇ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਇਹਨਾਂ ਨੂੰ ਨੱਚਣਾ ਗਾਣਾ ਨਹੀਂ ਕਰਾਈਓ, ਤੁਸੀਂ ਕਿਤੇ ਬਾਹਰ ਭੇਜ ਦਿਓ। ਅਤੇ ਉਹਨਾਂ ਨੇ, ਰਾਜਸਥਾਨ ਵਾਲਿਆਂ ਨੇ ਮੈਨੂੰ ਇੱਥੇ ਲੁਧਿਆਣੇ ਭੇਜਤਾ ਸੀ। ਅਤੇ ਇੱਥੇ ਮੈਂ ਬੰਤੋ ਹਾਜੀ ਦਾ ਪੋਤੀ ਚੇਲਾ ਹਾਂ, ਅਤੇ ਇੱਥੇ ਹੀ ਮੈਂ ਰਹਿ ਰਹੀ ਹਾਂ ਇਹਨਾਂ ਕੋਲ। ਮੈਂ ਇੱਕੋ ਹੀ ਡੇਰੇ 'ਚ ਇੱਥੇ ਹੀ ਚੇਲਾ ਹੋਈ ਸੀ, ਇੱਥੇ ਆਈ ਸੀ, ਅਤੇ ਮੈਂ ਇੱਥੇ ਹੀ 27 ਸਾਲ ਤੱਕ ਰਹੀ ਹਾਂ ਇਹਨਾਂ ਦੇ ਹੀ ਸਰਹੰਦੀਆ ਪਰਿਵਾਰ ਦੇ ਵਿੱਚ। ਅਤੇ ਹੁਣ ਮੈਂ 2 ਸਾਲ ਤੋਂ ਅਲੱਗ ਰਹਿ ਰਹੀ ਹਾਂ। ਤੁਸੀਂ 27 ਸਾਲ ਡੇਰੇ 'ਚ ਰਹੇ ਹੋ, ਡੇਰੇ 'ਚ ਕੀ ਦਿਨਚਰਿਆ ਹੁੰਦੀ ਡੇਰੇ ਦੀ? ਅਗਰ ਇੱਕ ਜਨਰਲ ਕਰੀਏ, ਤੁਹਾਡਾ ਡੇਰਾ ਹੁੰਦਾ, ਤੁਹਾਨੂੰ ਆਮ ਪਬਲਿਕ ਨੂੰ ਇਹ ਗੱਲ ਨਹੀਂ ਪਤਾ ਕਿਵੇਂ ਡੇਰੇ 'ਚ ਰਹੇ ਹੋ। ਤੁਸੀਂ ਵਧਾਈਆਂ ਵੀ ਮੰਗਦੇ ਰਹੇ ਹੋ, ਨੱਚ ਗਾਣਾ ਵੀ ਕਰਦੇ ਰਹੇ ਹੋ, ਕੀ ਦਿਨਚਰਿਆ ਕਿਸੇ ਮਾੜੀ ਦੱਸੋ? ਦਿਨਚਰਿਆ ਹੀ ਹੁੰਦੀ ਹੈ ਜੀ। ਪਹਿਲਾਂ ਜਦੋਂ ਤੱਕ ਨੱਚਣਾ ਗਾਣਾ ਨਹੀਂ ਆਉਂਦਾ, ਉਦੋਂ ਤਾਂ ਨੱਚਣਾ ਗਾਣਾ ਸਿਖਾਉਂਦੇ ਹੈ, ਅਤੇ ਜਦੋਂ ਨੱਚਣਾ ਗਾਣਾ ਸਿੱਖ ਜਾਂਦੇ ਆ ਤਾਂ ਫਿਰ ਵਧਾਈਆਂ 'ਤੇ ਭੇਜ ਦਿੰਦੇ ਆ। ਬਾਕੀ ਦਿਨਚਰਿਆ ਹੁੰਦੀ ਹੈ ਕਿ ਡੇਰੇ ਦਾ ਕੰਮ ਵੀ ਹੁੰਦਾ, ਥੋੜ੍ਹਾ ਬਹੁਤ ਕਰਨਾ ਹੁੰਦਾ ਹੈ, ਪਰਸਨਲ ਕੰਮ ਹੁੰਦੇ ਉਹ ਵੀ ਕਰਨੇ ਹੁੰਦੇ ਹੈ। ਅਤੇ ਜਿਵੇਂ ਹੁਣ ਮੈਂ ਧਾਰਾਂ ਚੋਣਾ ਜਾਣਦੀ ਸੀ, ਸਾਡੇ ਉੱਥੇ ਪਸ਼ੂ ਰੱਖੇ ਹੋਏ ਸੀ ਬਹੁਤ ਸਾਰੇ, 25-30 ਗਾਈਆਂ ਮੱਝਾਂ ਰੱਖੀਆਂ ਹੋਈਆਂ ਸੀ। ਅਤੇ ਮੈਂ 4 ਵਜੇ ਉੱਠਦੀ ਸੀ ਅਤੇ ਮੈਂ ਇਕੱਲੀ ਚੋਂਦੀ ਸੀ ਧਾਰਾਂ। ਅਤੇ ਉਹਦੇ ਬਾਅਦ ਮੈਂ 7 ਵੱਜ ਜਾਂਦੇ ਸੀ ਮੈਨੂੰ, ਉਹਦੇ ਬਾਅਦ ਫਿਰ ਮੈਂ ਨਹਾ ਧੋ ਕੇ ਮਾੜਾ ਮੋਟਾ ਬ੍ਰੇਕਫਾਸਟ ਕਰਨਾ, ਅਗਰ ਗੁਰੂ ਨੇ ਚਾਹ ਪਾਣੀ ਮੰਗ ਲਿਆ ਤਾਂ ਉਹ ਵੀ ਦੇਣਾ। ਉਹਦੇ ਬਾਅਦ ਫਿਰ 9 ਵਜੇ ਵਧਾਈ 'ਤੇ ਨਿਕਲ ਜਾਣਾ, ਫਿਰ ਸਾਰਾ ਦਿਨ ਵਧਾਈਆਂ 'ਤੇ ਨੱਚਣਾ ਟੱਪਣਾ ਕਰਨਾ, ਵਧਾਈਆਂ ਲੱਭਣੀਆਂ। ਉਹਦੇ ਬਾਅਦ ਸ਼ਾਮ ਨੂੰ 5 ਵਜੇ ਫੇਰ ਆਉਣਾ। 5 ਵਜੇ ਆਉਂਦੇ, ਫਿਰ ਉਹ ਦੁੱਧ ਵਾਲੇ ਲੱਗੇ ਹੋਏ ਸੀ ਅਤੇ ਉਹ ਖੜ੍ਹੇ ਹੁੰਦੇ ਸੀ ਜਦੋਂ ਮੈਂ ਆਉਂਦੀ ਸੀ 5 ਵਜੇ। ਫਿਰ ਮੈਂ ਧਾਰਾਂ ਚੋਣ ਲੱਗ ਜਾਂਦੀ, 8-9 ਮੈਨੂੰ ਫੇਰ ਵੱਜ ਜਾਂਦੇ ਸੀ। ਫਿਰ ਮੈਂ ਰੋਟੀ ਪਾਣੀ ਖਾਂਦੀ, ਗੁਰੂਆਂ ਨੂੰ ਰੋਟੀ ਪਾਣੀ ਖਿਲਾਉਂਦੀ, ਕੋਈ ਮਾੜਾ ਮੋਟਾ ਕੋਈ ਸੇਵਾ ਪਾਣੀ ਕਰਦੀ ਉਹਨਾਂ ਦਾ, ਜਿਵੇਂ ਕਹਿ ਦਿਓ ਕਿ ਲੱਤਾਂ ਕੁੱਟਣੀਆਂ ਹੋ ਗਈਆਂ, ਕੋਈ ਹੋਰ ਕੰਮ ਹੋ ਗਿਆ ਅਤੇ ਉਹ ਕਰਨਾ। ਉਹਦੇ ਬਾਅਦ ਸੋ ਜਾਣਾ, ਸਵੇਰੇ ਫਿਰ ਉਹੀ 4 ਵਜੇ ਉੱਠਣਾ। ਮਤਲਬ ਆਮ ਜਿਵੇਂ ਕਿ ਇੱਕ ਲਾਈਫ ਹੁੰਦੀ ਹੈ, ਆਮ ਲੋਕਾਂ ਦੀ ਲਾਈਫ ਹੁੰਦੀ ਹੈ, ਉੱਦਾਂ ਹੀ ਡੇਰੇ ਦੀ ਲਾਈਫ ਵੀ ਹੁੰਦੀ ਹੈ। ਬਟ ਡੇਰੇ ਦੀ ਲਾਈਫ ਅਤੇ ਆਮ ਲਾਈਫ 'ਚ ਇੰਨਾ ਹੀ ਫਰਕ ਹੈ ਕਿ ਜਿੱਦਾਂ ਕਿ
ਸਸੁਰਾਲ ਦੇ ਵਿੱਚ ਇੱਕ ਲੜਕੀ ਨੂੰ ਰੋਲ ਨਿਭਾਉਣਾ ਪੈਂਦਾ, ਉੱਦਾਂ ਇੱਕ ਚੇਲੇ ਨੂੰ ਡੇਰੇ ਦੇ ਵਿੱਚ ਰੋਲ ਨਿਭਾਉਣਾ ਪੈਂਦਾ ਹੈ। ਤੁਸੀਂ ਇੰਨੀ ਮਿਹਨਤ ਕਰਦੇ ਸੀਗੇ, ਐਕਸੈਪਟ ਸੀਗਾ ਜੀਵਨ ਜਦੋਂ ਤੁਸੀਂ ਡੇਰੇ 'ਚ ਆਏ ਹੋ, ਇਸ ਜੀਵਨ ਨੂੰ ਤੁਸੀਂ ਐਕਸੈਪਟ ਕੀਤਾ ਫਿਰ? ਨਹੀਂ, ਐਕਸੈਪਟ ਨਹੀਂ ਸੀਗਾ ਜੀਵਨ, ਬਟ ਮੇਰਾ ਹਮੇਸ਼ਾ ਹੀ ਇਹ ਸੁਪਨਾ ਰਿਹਾ ਸੀ ਕਿ ਮੈਂ ਪੜ੍ਹ ਲਿਖ ਕੇ ਡਾਕਟਰ ਬਣੂੰਗੀ, ਬਟ ਇਹ ਕਿਸਮਤ ਨੂੰ ਮਨਜ਼ੂਰ ਨਹੀਂ ਸੀ, ਮਾਂ ਪਿਓ ਤਾਂ ਕੁਝ ਕਰ ਵੀ ਨਹੀਂ ਸਕਦੇ ਸੀ, ਬਟ ਮੇਰਾ ਇਹ ਸੁਪਨਾ ਪੂਰਾ ਨਹੀਂ ਹੋ ਪਾਇਆ। ਫਿਰ ਵੀ ਮੈਂ ਕਿੰਨੇ ਸਾਲ ਤੱਕ ਪੜ੍ਹਾਈ ਮੇਰੀ ਛੁੱਟ ਗਈ, 6ਵੀਂ ਤੱਕ ਪੜ੍ਹੀ ਹੋਈ ਸੀ ਮੈਂ। ਉਹਦੇ ਬਾਅਦ ਫਿਰ ਮੈਂ 6-7-8-9 ਸਾਲ ਹੀ ਹੋ ਗਏ ਸੀ। ਉਹਦੇ ਬਾਅਦ ਮੈਂ 10ਵੀਂ ਦੇ ਫਾਰਮ ਭਰਿਆ ਅਤੇ ਪੜ੍ਹਨ ਵਾਸਤੇ ਹਮੇਸ਼ਾ ਹੀ ਸਾਡੇ ਕਲੇਸ਼ ਹੀ ਹੁੰਦਾ ਸੀ ਕਿ ਤੂੰ ਪੜ੍ਹ ਕੇ ਕਿਹੜਾ ਜੱਜ ਲੱਗ ਜਾਣਾ ਹੈ, ਨੱਚਣਾ ਹੀ ਹੈ ਲੋਕਾਂ ਅੱਗੇ, ਤੂੰ ਇਹ ਵੀ ਕਰਨਾ, ਤੂੰ ਵਧਾਈਆਂ ਮੰਗਣਾ, ਆਪਣਾ ਤਾਂ ਕਲਚਰ ਹੀ ਇਹੀ ਹੈ ਜੋ ਮਤਲਬ ਸੋ ਇੱਦਾਂ ਦੀਆਂ, ਜਿਵੇਂ ਕਿ ਆਮ ਫੈਮਿਲੀ 'ਚ ਨੂੰਹ ਨੂੰ ਸੱਸ ਬੋਲਦੀ ਰਹਿੰਦੀ ਹੈ, ਇੱਦਾਂ ਹੀ ਸਾਡੇ ਗੁਰੂ ਵੀ ਸਾਨੂੰ ਇੱਦਾਂ ਹੀ ਬੋਲਦੇ ਹੈ। ਅਤੇ ਬਾਅਦ 'ਚ ਮੈਂ ਵੀ 10ਵੀਂ ਦੇ ਪੇਪਰ ਦਿੱਤੇ, ਮੈਂ ਪਾਸ ਹੋ ਗਈ ਅਤੇ ਫਿਰ ਮੈਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੋਰ ਮੇਨਟੇਨ ਕਰ ਲਿਆ। ਇੱਦਾਂ ਹੀ ਫਿਰ 2-3 ਸਾਲ ਫਿਰ ਨਿਕਲ ਗਏ, ਫਿਰ ਮੈਂ 12ਵੀਂ ਦੇ ਪੇਪਰ ਦਿੱਤੇ, ਫਿਰ ਪਾਸ ਹੋ ਗਈ। ਫਿਰ ਮੇਰਾ ਥੋੜ੍ਹਾ ਜਿਹਾ ਹੌਸਲਾ ਵੱਧ ਗਿਆ ਕਿ ਨਹੀਂ, ਮੈਂ ਅਗਰ ਕੁਝ ਕਰਨਾ ਚਾਹਾਂ ਤਾਂ ਕਰ ਸਕਦੀ ਹਾਂ। ਇੱਦਾਂ ਹੀ ਕੁੱਤ ਕਲੇਸ਼ ਦੇ ਵਿੱਚ ਮੈਂ ਪੜ੍ਹਦੀ ਰਹੀ, BA ਕਰ ਲਈ, BA ਬਾਅਦ MA ਕਰ ਲਈ, MA ਬਾਅਦ MSW ਕਰ ਲਈ। ਜਦੋਂ MSW ਕਰ ਲਈ ਫਿਰ ਮੈਂ ਆਪਣੇ ਆਪ ਨੂੰ ਸ਼ਕੋਰ ਹੋ ਗਈ ਸੀ ਵੀ ਅਗਰ ਹੁਣੇ ਮੈਂ ਡੇਰੇ 'ਚੋਂ ਮੈਨੂੰ ਕੱਢਣਗੇ ਨਾ ਤਾਂ ਮੇਰੀ ਰੋਟੀ ਦਾ ਸਾਧਨ ਹੈਗਾ, ਮੈਂ ਕਮਾ ਕੇ ਖਾ ਸਕਦੀ ਹਾਂ। ਇੱਕ ਗੱਲ ਤੁਸੀਂ ਕਹੀ ਹੈ ਮੇਰੀ ਰੋਟੀ ਦਾ ਸਾਧਨ ਹੈਗਾ, ਡੇਰੇ 'ਚ ਇਸ ਲਈ ਜਾਂਦਾ ਹੈ ਕਿੰਨਰ ਕਿ ਉਹਨੇ ਰੋਟੀ ਖਾਣੀ ਹੁੰਦੀ? ਹਾਂ ਜੀ, ਡੇਰੇ 'ਚ ਕਿੰਨਰ ਇਸ ਲਈ ਜਾਂਦਾ ਕਿ ਉਹਨੂੰ ਰੋਟੀ ਖਾਣੀ ਹੁੰਦੀ, ਕਿਉਂ ਸਮਾਜ ਉਹਨੂੰ ਐਕਸੈਪਟ ਨਹੀਂ ਕਰਦਾ, ਮਾਂ ਪਿਓ ਐਕਸੈਪਟ ਨਹੀਂ ਕਰਦੇ। ਹੁਣ ਤੁਹਾਨੂੰ ਐਟ ਪ੍ਰੈਜੈਂਟ ਗੱਲ ਦੱਸਦੀ ਹੈ ਕਿ ਹੁਣ 2-3 ਮਹੀਨੇ ਤੋਂ ਆਪਾਂ ਦਾ ਇੱਦਾਂ ਦਾ ਮਾਹੌਲ ਚੱਲ ਰਿਹਾ ਕਿ ਬੁਰੀ ਹਾਲਤ ਹੈ ਪਬਲਿਕ ਦੀ, ਅਤੇ ਮੇਰੇ ਕਿਸੇ ਭੈਣ ਭਰਾ ਨੇ ਮੈਨੂੰ ਫ਼ੋਨ ਕਰਕੇ ਨਹੀਂ ਪੁੱਛਿਆ, ਅਤੇ ਉਮੀਦ ਕੀ ਕਰਾਂ ਮੈਂ ਕਿਸੇ ਕੋਲੋਂ, ਰੋਟੀ ਦਾ ਮਸਲਾ ਸਾਰਾ। ਅੱਛਾ, ਤੁਸੀਂ ਮੈਂ ਉਹ ਪਿਛਲੀ ਗੱਲਾਂ 'ਤੇ ਵੀ ਆਊਂਗਾ, ਤੁਸੀਂ ਕਹਿੰਦੇ ਹੋ ਕਿ ਮੈਂ ਪੜ੍ਹੀ, ਮੈਂ ਹਾਈ ਸਕੂਲ ਕੀਤੀ, ਫਿਰ ਇੰਟਰਮੀਡੀਏਟ ਕੀਤੀ, ਫਿਰ ਤੁਸੀਂ BA, ਫਿਰ MA ਕੀਤੀ। ਪੜ੍ਹਾਈ ਵਿੱਚ ਕਦੇ ਪ੍ਰੋਬਲਮ ਨਹੀਂ ਆਈ ਕਿਉਂਕਿ ਕੁੜੀ ਮੁੰਡਾ ਤਾਂ ਪੜ੍ਹਦੇ ਨੇ, ਲੋਕ ਜਿਹੜੇ ਤੁਹਾਡੇ ਸਟੂਡੈਂਟ ਨਾਲ ਸੀ ਉਹਨਾਂ ਨੂੰ ਪਤਾ ਸੀਗਾ ਕਿ ਤੁਸੀਂ ਥਰਡ ਜੈਂਡਰ ਹੋ? ਦੇਖੋ ਜੀ, ਮੈਂ ਰੈਗੂਲਰ ਨਹੀਂ ਪੜ੍ਹੀ ਹੋਈ, ਮੈਂ 6th ਕਲਾਸ ਤੱਕ ਪੜ੍ਹੀ ਸੀ। ਉਦੋਂ ਮੇਰੀ ਉਮਰ 13 ਸਾਲ ਸੀ। ਉਦੋਂ ਮੈਨੂੰ ਖੁਦ ਨੂੰ ਹੀ ਨਹੀਂ ਪਤਾ ਸੀ ਕਿ ਮੈਂ ਕੀ ਹਾਂ, ਕਿ ਮੈਂ ਕੁੜੀ ਹਾਂ ਕਿ ਮੈਂ ਮੁੰਡਾ। ਉਸ ਵੇਲੇ ਮੈਨੂੰ ਖੁਦ ਨੂੰ ਹੀ ਪਤਾ ਨਹੀਂ ਸੀ, ਬੱਚਾ ਸੀ, ਬੱਚੇ ਨੂੰ ਕੋਈ ਪਤਾ ਨਹੀਂ ਹੁੰਦਾ, ਲੇਕਿਨ ਮੈਂ ਹਮੇਸ਼ਾ ਹੀ ਕੁੜੀਆਂ ਨਾਲ ਹੀ ਖੇਡਦੀ ਹੁੰਦੀ ਸੀ, ਗੀਟੇ ਖੇਲਣੇ, ਭੱਜ ਦੌੜ ਕਰਨੀ, ਕੁੜੀਆਂ ਨਾਲ ਹੀ ਖੇਡਦੀ ਹੁੰਦੀ ਸੀ। ਪਰ ਜਿਉਂ-ਜਿਉਂ ਮੈਂ ਵੱਡੀ ਹੁੰਦੀ ਗਈ, ਸਰੀਰ ਦੇ ਵਿੱਚ ਬਦਲਾਅ ਆਉਂਦੇ ਗਏ, ਉਸ ਹਿਸਾਬ ਨਾਲ ਫਿਰ ਮੈਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ। ਅਤੇ ਜਿਹੜੀ ਮੇਰੀ ਬਾਅਦ ਦੀ ਪੜ੍ਹਾਈ ਹੋਈ ਹੈ ਇਹ ਤਾਂ ਸਾਰੀ ਪ੍ਰਾਈਵੇਟ ਹੋਈ ਹੈ, ਇਹ ਤਾਂ ਸਿਰਫ ਮੈਂ ਪੇਪਰ ਦੇਣ ਹੀ ਜਾਂਦੀ ਸੀ, ਇਹਦੇ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਨਾ ਤਾਂ ਕਦੇ ਮੈਂ ਸਕੂਲ ਗਈ, ਨਾ ਮੈਂ ਕੋਈ ਪਹਿਲਾਂ ਫਾਰਮ ਭਰਨ ਜਾ ਗਈ ਇੱਕ ਦਿਨ, ਉਹਦੇ ਬਾਅਦ ਜਦੋਂ ਪੇਪਰ ਹੁੰਦੇ ਸੀ ਉਸ ਦਿਨ ਜਾਂਦੀ ਸੀ। ਪੜ੍ਹਾਈ ਕੀਤੀ। ਡੇਰੇ 'ਚ ਕਿੰਨਾ ਕੁ ਵਿਰੋਧ ਹੋਇਆ ਇਸ ਚੀਜ਼ ਦਾ? ਡੇਰੇ 'ਚ ਬਹੁਤ ਵਿਰੋਧ ਹੋਇਆ ਸੀ ਜੀ ਪੜ੍ਹਾਈ ਦਾ। ਡੇਰੇ 'ਚ ਤਾਂ ਹਮੇਸ਼ਾ ਹੀ ਕਹਿੰਦੇ ਸੀ ਤੂੰ ਕਿਹੜਾ ਪੜ੍ਹ ਲਿਖ ਕੇ ਜੱਜ ਬਣ ਜਾਏਗੀ, ਤੈਨੂੰ ਤਾਂ ਜਾ ਕੇ ਕਰਨਾ ਤਾਂ ਹੀ ਹੈ, ਨੱਚਣਾ ਗਾਣਾ ਹੀ ਕਰਨਾ ਹੈ, ਆਪਣੀ ਪਰੰਪਰਾ ਨੂੰ, ਆਪਣੇ ਕਲਚਰ ਨੂੰ ਫੋਲੋ ਕਰਨਾ ਹੈ, ਆਪਣੀ ਪਰੰਪਰਾ ਨੂੰ ਜਿੰਦਾ ਰੱਖਣਾ ਹੈ। ਮੈਂ ਕਿਹਾ ਜੀ ਠੀਕ ਹੈ, ਪਰੰਪਰਾ ਆਪਦੀ ਥਾਂ 'ਤੇ ਹੈ, ਲੇਕਿਨ ਇੱਕ ਸਟੱਡੀ, ਨੌਲੇਜ ਉਹ ਆਪਣੀ ਥਾਂ 'ਤੇ ਹੈ। ਜਦ ਤੱਕ ਬੰਦੇ ਨੂੰ ਆਪਣੇ ਬਾਰੇ ਗਿਆਨ ਨਹੀਂ ਹੋਊਗਾ, ਆਪਣਾ ਨੌਲੇਜ ਨਹੀਂ ਹੋਊਗਾ ਕਿ ਆਪਾਂ ਨੇ, ਜਿੱਦਾਂ ਕਿ ਅਗਰ ਆਪਾਂ ਪੜ੍ਹੇ ਲਿਖੇ ਨਹੀਂ ਹੈ ਤਾਂ ਆਪਾਂ ਗੌਰਮੈਂਟ ਕੋਲੋਂ ਕੀ ਮੰਗ ਸਕਦੇ ਹਾਂ, ਕਿਸੇ ਕੋਲ ਕੀ ਸਹਾਇਤਾ ਮੰਗ ਸਕਦੇ। ਅਗਰ ਆਪਾਂ ਨੂੰ ਆਪਣੇ ਰਾਈਟਸ ਦਾ ਪਤਾ ਹੋਊਗਾ ਕਿ ਨਹੀਂ ਆਪਣਾ ਇਹ ਰਾਈਟਸ ਬਣਦਾ ਹੈ, ਜਿਵੇਂ ਕਿ ਵੋਟ ਦੇਣ ਦਾ ਅਧਿਕਾਰ ਹੋ ਗਿਆ, ਖਾਤਾ ਖੁਲਾਉਣ ਦਾ ਅਧਿਕਾਰ ਹੋ ਗਿਆ, ਨੌਕਰੀ ਦਾ ਅਧਿਕਾਰ ਹੋ ਗਿਆ, ਇੱਦਾਂ ਦੇ ਅਧਿਕਾਰਾਂ ਦਾ ਜਦ ਤੱਕ ਆਪਾਂ ਨੂੰ ਪਤਾ ਨਹੀਂ ਹੋਊਗਾ ਤਾਂ ਆਪਾਂ ਮੰਗਾਂਗੇ ਕੀ। ਇਸ ਕਰਕੇ ਮੈਂ ਹਮੇਸ਼ਾ ਹੀ ਇਹੀ ਸੋਚਦੀ ਰਹੀ ਸੀ ਕਿ ਪ੍ਰਜਾਤੰਤਰ ਦੇ ਵਿੱਚ ਸੰਵਿਧਾਨ ਦੇ ਅਕੋਰਡਿੰਗ ਹਰ ਨਾਗਰਿਕ ਨੂੰ ਇਹ ਅਧਿਕਾਰ ਹੈਗੇ ਕਿ ਉਹ ਆਪਣੀ ਮਰਜ਼ੀ ਨਾਲ ਲਾਈਫ ਜੀਵਨ ਜੀ ਸਕਦਾ ਹੈ, ਤਾਂ ਕਿਉਂ ਨਾ ਕਿੰਨਰ ਵੀ ਅੱਗੇ ਆ ਸਕਦੇ ਵੱਧ ਕੇ। ਕੁਐਸਚਨ ਮੇਰੇ ਬੜੇ ਦਿਨਾਂ ਸੀਗਾ, ਮੈਂ ਬੜੀ ਕੋਸ਼ਿਸ਼ ਮੈਂ ਕਈ ਕਿੰਨਰਾਂ ਦਾ ਇੰਟਰਵਿਊ ਲਿਆ, ਮੈਂ ਤੁਹਾਨੂੰ ਇੱਕ ਕੁਐਸਚਨ ਇਹ ਪੁੱਛਣਾ ਚਾਹੁੰਦਾ, ਤੁਸੀਂ ਨਾ ਮਤਲਬ ਮਰਦ ਹੋ ਨਾ ਤੁਸੀਂ ਫੀਮੇਲ ਕਰੈਕਟਰ ਹੋ, ਮਿਕਸ ਹੋ, ਮਰਦ ਤੋਂ ਕਿੰਨਾ ਕੁ ਅਲੱਗ ਹੋ? ਜੇ ਮਰਦ ਦੀ ਗੱਲ ਕਰੀਏ ਤਾਂ ਕਿੰਨੇ ਕੁ ਤੁਸੀਂ ਮਤਲਬ ਦੂਰੀ, ਜੇ ਆਪਾਂ ਕਹੀਏ ਮਰਦ ਸੰਪੂਰਨ ਮਰਦ ਕਿਉਂ ਨਹੀਂ ਹੋ, ਜਾਂ ਮਰਦ ਤੋਂ ਕਿੰਨਾ ਕੁ ਅਲੱਗ? ਮਰਦ ਤੋਂ ਤਾਂ ਬਹੁਤ ਹੀ ਡਿਫਰੈਂਟ ਹੈ ਅਸੀਂ, ਲੇਕਿਨ ਔਰਤਾਂ ਨਾਲ ਸਾਡੇ ਬਹੁਤ ਸਾਰੇ ਸਿੰਪਟਮਸ ਹੈ ਜਿਹੜੇ ਮਿਲਦੇ ਹੈ, ਮਤਲਬ ਡਰੈਸਅਪ, ਮੇਕਅਪ, ਈਵਨ ਕਿ ਅਗਰ ਜੋ ਇਨਸਾਨ ਨੂੰ ਸਭ ਤੋਂ ਅਨਮੋਲ ਚੀਜ਼ ਹੁੰਦੀ ਹੈ ਪਿਆਰ ਕਿਸੇ ਦਾ ਮਿਲਣਾ, ਉਹ ਵੀ ਅਸੀਂ ਕੋਈ ਮਰਦ ਕੋਲੋਂ ਹੀ ਪਾਲਦੇ ਹਾਂ। ਕਿੰਨਰ ਮਾਂ ਕਿਉਂ ਨਹੀਂ ਬਣ ਪਾਉਂਦੀ? ਜੇ ਆਪਾਂ ਇੱਕ ਐਜੂਕੇਸ਼ਨ ਜਾਂ ਆਪਾਂ ਇੱਕ ਸਾਇੰਸ ਦੀ ਗੱਲ ਕਰੀਏ, ਅੱਜ ਬਹੁਤ ਤਰੱਕੀ, ਅੱਛਾ ਆਪਾਂ ਕਿਰਾਏ 'ਤੇ ਗਰਭ ਵੀ ਲੈ ਲੈਂਦੇ ਹਾਂ,
ਬਟ ਕਿੰਨਰ ਮਾਂ ਕਿਉਂ ਨਹੀਂ ਬਣ ਪਾਉਂਦੀ ਜੇ ਅਗਰ ਆਪਾਂ ਤੁਹਾਡੀ ਫਿਜ਼ੀਕਲੀ ਜਾਂ ਸਰੀਰ ਦੀ ਗੱਲ ਕਰੀਏ? देखो जी एक ना एक बायोलॉजिकल चीज़ हैगी कि अगर कोई लड़की मां बनती है तो ਉਹਦੇ ਵਿੱਚ यूट्रस होना ਜ਼ਰੂਰੀ ਹੈ, ਉਹਨੂੰ ਮੰਥਲੀ ਪੀਰੀਅਡ ਆਉਣਾ ਜ਼ਰੂਰੀ ਹੈ। ਲੇਕਿਨ ਕਿੰਨਰ ਦੇ ਵਿੱਚ ਇਦਾਂ ਦੇ ਕੋਈ ਗੁਣ ਨਹੀਂ ਹੁੰਦੇ, ਨਾ ਤਾਂ ਉਹਦੇ 'ਚ ਯੂਟਰਸ ਹੁੰਦੀ ਹੈ, ਨਾ ਹੀ ਉਹਨੂੰ ਮੰਥਲੀ ਪੀਰੀਅਡ ਆਉਂਦਾ, ਨਾ ਹੀ ਉਹਦੇ 'ਚ ਉਹ ਸਿੰਪਟਮਸ ਹੁੰਦੇ ਜਿਹੜੇ ਨਾਲ ਕਿ ਉਹ ਬੱਚਾ ਕੈਚ ਕਰ ਪਾਵੇ। ਤੇ ਜ਼ਾਹਿਰ ਸੀ ਗੱਲ ਹੈ ਕਿ ਕਿੰਨਰ ਮਾਂ ਨਹੀਂ ਬਣ ਸਕਦੀ। ਕਿੰਨਰ ਦੇ ਅੰਦਰ ਕੁੜੀਆਂ ਵਾਲੀ ਫੀਲਿੰਗ ਕਿਉਂ ਜ਼ਿਆਦਾ ਹੁੰਦੀ ਹੈ? ਕੀ ਕਾਰਨ ਨੇ ਕਿ ਉਹ ਕਿੰਨਰ ਦੇ ਅੰਦਰ, ਕਿਉਂਕਿ ਹੁੰਦੀ ਤਾਂ ਉਹ ਅੱਧੀ ਲੇਡੀ ਵੀ ਹੈ ਤੇ ਅੱਧੀ ਜੈਂਟਸ ਵੀ ਹੈ, ਲੇਕਿਨ ਉਹ ਜ਼ਿਆਦਾ ਫੋਲੋ ਲੇਡੀ ਨੂੰ ਕਰਦੀ ਹੈ। ਇਹ ਗੱਲ ਜ਼ਰੂਰੀ ਨਹੀਂ ਹੈ ਕਿ ਕਿੰਨਰ ਹੁੰਦਾ ਜਿਹੜਾ ਲੇਡੀ ਨੂੰ ਹੀ ਫੋਲੋ ਕਰਦਾ। ਅੱਜ ਕੱਲ੍ਹ ਮੇਲ ਔਰ ਫੀਮੇਲ ਦੋਨਾਂ 'ਚ ਟਰਾਂਸ ਹੋ ਰਿਹਾ ਹੈ, ਟਰਾਂਸ ਫੀਮੇਲ ਵੀ ਹੈ, ਟਰਾਂਸ ਮੇਲ ਵੀ ਹੈ। ਬਟ ਜਿਹੜਾ ਮੇਲ ਤੋਂ ਟਰਾਂਸ ਫੀਮੇਲ ਬਣ ਜਾਂਦਾ ਹੈ ਉਹਨੂੰ ਤਾਂ ਲੋਕੀ ਕਿੰਨਰ ਕਹਿ ਦਿੰਦੇ। ਬਟ ਜਿਹੜਾ ਲੜਕੀ ਤੋਂ ਲੜਕਾ ਬਣਦਾ ਹੈ, ਫੀਮੇਲ ਤੋਂ ਮੇਲ ਬਣਦਾ ਹੈ, ਉਹ ਵੀ ਟਰਾਂਸ ਮੇਲ ਹੁੰਦਾ ਹੈ। ਬਟ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਇਹ ਆਪਣੇ ਸਮਾਜ ਦੀ ਦੁਰਭਾਗਿਆ ਹੈ। ਆਪਣਾ ਕਿੰਨਰਾਂ ਦਾ ਕਹਿ ਲਓ ਜਾਂ ਟਰਾਂਸ ਮੇਲ ਜਾਂ ਫੀਮੇਲ ਦਾ ਕਹਿ ਲਓ, ਦੁਰਭਾਗਿਆ ਹੈ ਕਿ ਲੋਕਾਂ ਦੇ ਸਮਝ 'ਚ ਗੱਲ ਨਹੀਂ ਆ ਰਹੀ ਕਿ ਚੀਜ਼ ਅਸਲੀ ਹੈ ਕੀ। ਕਹਿਣ ਦਾ ਮਤਲਬ ਕਿ ਲੋਕ ਜੇ ਅਗਰ ਮੇਲ ਹੈ ਤਾਂ ਉਹਨੂੰ ਜਲਦੀ ਐਕਸੈਪਟ ਕਰ ਲੈਂਦੇ ਨੇ, ਫੀਮੇਲ ਹੈ ਤਾਂ ਉਹਨੂੰ ਨਹੀਂ। ਜੀ ਹਾਂ, ਅਗਰ ਦੇਖੋ ਇਹ ਪੁਰਸ਼ ਪ੍ਰਧਾਨ ਸਮਾਜ ਹੈ ਆਪਣਾ। ਅਗਰ ਕੋਈ ਕੁੜੀ ਮੁੰਡਿਆਂ ਵਾਲੇ ਕੱਪੜੇ ਪਾ ਕੇ ਬਾਹਰ ਨਿਕਲਦੀ ਹੈ ਤਾਂ ਮਾਂ ਪਿਓ ਨੂੰ ਬੜਾ ਪ੍ਰਾਊਡ ਹੁੰਦਾ, ਬੜਾ ਗਰਵ ਹੁੰਦਾ ਕਿ ਸਾਡੀ ਤਾਂ ਕੁੜੀ ਮੁੰਡਿਆਂ ਵਰਗੀ ਹੈ। ਬਟ ਅਗਰ ਕੋਈ ਮੁੰਡਾ ਲੇਡੀਜ਼ ਕੱਪੜੇ ਪਾ ਕੇ ਜਾਂ ਲਿਪਸਟਿਕ ਲਾ ਕੇ ਬਾਹਰ ਨਿਕਲਦਾ ਤਾਂ ਕਹਿੰਦਾ ਓਏ ਉਹ ਭੈਣ ਚੋ ਖੁਸਰਾ ਜੰਮਿਆ ਇਹਨਾਂ ਦੇ ਕਰੇਗਾ। ਮਤਲਬ ਬਹੁਤ ਹੀ ਗੰਦੀ ਫੀਲਿੰਗ ਹੈ। ਗੰਦਾ ਮਤਲਬ ਇੱਕ ਟੋਕਿੰਗ ਆਫ ਵੇ ਹੈ ਜੋ ਕਿ ਬੰਦੇ ਨੂੰ ਹਿਲਾ ਕੇ ਰੱਖ ਦਿੰਦਾ ਅੰਦਰ ਤੱਕ। ਐਗਜ਼ਾਮਪਲ ਵੀ ਇੱਕ ਸੈੱਟ ਕੀਤਾ ਗਿਆ ਹੈ ਕਿ ਸਾਡੀ ਕੁੜੀ ਮੁੰਡਿਆਂ ਦੇ ਬਰਾਬਰ ਹੈ। ਇਹ ਨਹੀਂ ਐਗਜ਼ਾਮਪਲ ਬਣਿਆ ਕਿ ਸਾਡਾ ਮੁੰਡਾ ਕੁੜੀਆਂ ਦੇ ਬਰਾਬਰ ਹੈ। ਇਹ ਗੱਲ ਕਿੱਥੇ ਵੀ ਨਹੀਂ ਆਈ ਅੱਜ ਤੱਕ। ਇਹ ਤਾਂ ਇਹ ਲੱਗਦਾ ਹੈ ਕਿ ਪੁਰਸ਼ ਪ੍ਰਧਾਨ ਦੇਸ਼। ਹਾਂ, ਜਿੱਦਨ ਇਹ ਗੱਲ ਲੋਕੀ ਸਮਝ ਜਾਣਗੇ ਉਦਨ ਕਿੰਨਰ ਨਹੀਂ ਰਹੂਗਾ, ਉਦਨ ਮੇਲ ਫੀਮੇਲ ਥਰਡ ਜੈਂਡਰ ਤਿੰਨੋਂ ਚੀਜ਼ਾਂ ਮਿਕਸ ਹੋ ਜਾਣੀਆਂ ਤੇ ਉਦਨ ਸ੍ਰਿਸ਼ਟੀ ਇੱਕ ਬਹੁਤ ਹੀ ਵੱਡੇ ਮੁਕਾਮ ਤੇ ਪਹੁੰਚ ਜਾਣੀ ਹੈ। ਅਫਸੋਸ ਹੈ ਕਿੰਨਰ ਬਣਨ ਦਾ, ਜੇ ਅਗਰ ਲੱਗਦਾ ਕਿੰਨਰ ਬਣੇ ਹੋ ਸਮਾਜ ਵਿੱਚ ਨਹੀਂ ਕਿੰਨਰ ਬਣਦਾ ਮੈਨੂੰ ਕੋਈ ਅਫਸੋਸ ਨਹੀਂ ਹੈ। ਮੇਰੀ ਲਾਈਫ ਬਿਲਕੁਲ ਵੈਲ ਐਂਡ ਸੈਟਡ ਹੈ। ਠੀਕ ਹੈ, ਮੈਂ ਕਿੰਨਰ ਹਾਂ, ਮੇਰੇ 'ਚ ਸਿਰਫ ਇੰਨੀ ਕਮੀ ਹੈ ਕਿ ਮੈਂ ਕੋਈ ਲੇਡੀਜ਼ ਨੂੰ ਐਕਸੈਪਟ ਨਹੀਂ ਕਰ ਸਕਦੀ, ਮੈਂ ਸ਼ਾਦੀ ਨਹੀਂ ਕਰ ਸਕਦੀ, ਮੈਂ ਬੱਚੇ ਪੈਦਾ ਨਹੀਂ ਕਰ ਸਕਦੀ। ਅਗਰ ਬੰਦੇ ਤਰ੍ਹਾਂ ਦੇਖੋ ਤਾਂ ਮੈਂ ਕੋਈ ਲੇਡੀਜ਼ ਨੂੰ ਐਕਸੈਪਟ ਨਹੀਂ ਕਰ ਸਕਦੀ, ਅਗਰ ਕੁੜੀਆਂ ਤਰ੍ਹਾਂ ਦੇਖੋ ਤਾਂ ਮੈਂ ਬੱਚੇ ਪੈਦਾ ਨਹੀਂ ਕਰ ਸਕਦੀ, ਕਿਸੇ ਦਾ ਘਰ ਨਹੀਂ ਵਸਾ ਸਕਦੀ। ਇੰਨੀ ਕਮੀ ਹੈ ਮੇਰੇ 'ਚ। ਮੇਰਾ ਦਿਮਾਗ ਓਨਾ ਹੀ ਹੈ ਜਿਵੇਂ ਕਿ ਆਮ ਮੇਲ ਫੀਮੇਲ ਦਾ ਹੁੰਦਾ ਹੈ। ਹੱਥ ਪੈਰ ਮੇਰੇ ਉੱਦਾਂ ਦੇ ਹੀ ਹੈ ਜਿਵੇਂ ਆਮ ਮੇਲ ਫੀਮੇਲ ਦੇ ਹੁੰਦੇ ਆ। ਅਗਰ ਮੈਂ ਦੇਖੋ ਇੰਨੀ ਪੜ੍ਹੀ ਲਿਖੀ ਹੋ ਗਈ, ਅਗਰ ਗੌਰਮੈਂਟ ਤੋਂ ਮੈਂ ਐਕਸੈਪਟ ਕਰਦੀ ਹਾਂ, ਅਗਰ ਮੈਨੂੰ ਕੋਈ ਨੌਕਰੀ ਦੇਵੇ ਤਾਂ ਮੈਂ ਮੇਲ ਔਰ ਫੀਮੇਲ ਦੇ ਬਰਾਬਰ ਕੰਮ ਕਰਕੇ ਦਿਖਾ ਸਕਦੀ ਹਾਂ, ਬਲਕਿ ਈਵਨ ਕਿ ਮੈਂ ਉਹਨਾਂ ਤੋਂ ਜ਼ਿਆਦਾ ਹੀ ਕਰੂੰਗੀ ਕੰਮ। ਪਰਿਵਾਰ ਐਕਸੈਪਟ ਕਰਦਾ ਹੈ ਜੇ ਤੁਹਾਨੂੰ, ਜੇ ਪਰਿਵਾਰ ਚਾਹੁੰਦੇ ਜਾਂਦੇ ਹੋ? ਨਹੀਂ, ਪਰਿਵਾਰ 'ਚ ਪਹਿਲਾਂ ਨਹੀਂ ਆਉਂਦੀ ਜਾਂਦੀ ਸੀ, ਹੁਣ ਆਉਂਦੀ ਜਾਂਦੀ ਹੈ। ਬਟ ਮੰਮੀ ਪਾਪਾ ਹੀ ਐਕਸੈਪਟ ਕਰਦੇ ਆ, ਉਹ ਹੀ ਬੋਲਦੇ ਚੱਲਦੇ ਆ। ਹੋਰ ਤਾਂ ਸਾਰੇ ਆਪਣੇ ਆਪ ਨੂੰ ਫੀਲਿੰਗ ਹੈ ਕਦੇ ਇਸ ਚੀਜ਼ ਦੀ? ਫੀਲਿੰਗ ਹੈ ਕਿ ਮੇਰਾ ਪਰਿਵਾਰ ਮੇਰੇ ਤੋਂ ਥੋੜਾ ਜਿਹਾ ਹਾਂ ਹੁੰਦਾ ਹੈ। ਕਦੇ ਕਦੇ ਸੋਚਦੇ ਆ, ਲੋਕਾਂ ਨੂੰ ਦੇਖਦੇ ਆ ਤਾਂ ਹੁੰਦਾ ਇੱਦਾਂ ਦਾ ਕਿ ਅਗਰ ਆਪਾਂ ਹੀ ਮੇਲ ਜਾਂ ਫੀਮੇਲ ਹੁੰਦੇ ਤਾਂ ਸ਼ਾਇਦ ਥੋੜਾ ਹੋਰ ਘੁਲ ਮਿਲ ਕੇ ਰਹਿੰਦੇ। ਬਟ ਨੋ ਪ੍ਰੋਬਲਮ। ਇਹ ਤਾਂ ਜ਼ਿੰਦਗੀ ਦੇ ਛੋਟੇ ਛੋਟੇ ਚੀਜ਼ਾਂ ਹੈ, ਤਾਂ ਆਮ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ। ਐਵੇਂ ਕਦੇ ਅਹਿਸਾਸ ਹੋਇਆ ਕਿ ਜਦੋਂ ਕੋਈ ਕਿੰਨਰ ਮਾਰਕੀਟ ਵਿੱਚ ਜਾਂਦਾ, ਬਾਜ਼ਾਰ ਵਿੱਚ ਜਾਂਦਾ ਤੇ ਕਦੇ ਕਦੇ ਤਾਨੇ ਮਿਲ ਜਾਂਦੇ ਨੇ, ਦੇਖ ਯਾਰ ਇਹ ਉਹ ਜਾ ਰਿਹਾ ਹੈ, ਇਹ ਜਾ ਰਿਹਾ, ਇਹਦਾ ਕਦੇ ਮਹਿਸੂਸ ਹੈ? ਹਾਂ, ਬਹੁਤ ਤਾਨੇ ਮਿਲਦੇ ਆ। ਬਹੁਤ ਇੱਦਾਂ ਦੇ ਵੀ ਬਹੁਤ ਜ਼ਾਹਿਲ ਲੋਕ ਹੁੰਦੇ ਆ ਜਿਹੜੇ ਬੜੀ ਅਪਸ਼ਬਦਾਂ ਨਾਲ ਵੀ ਬੁਲਾਉਂਦੇ ਆ, ਜੈਸੇ ਹਿੰਜੜਾ ਜਾ ਰਿਹਾ, ਛੱਕਾ ਜਾ ਰਿਹਾ, ਪਤਾ ਨਹੀਂ ਕੀ ਗੰਦੇ ਗੰਦੇ ਸ਼ਬਦ ਯੂਜ਼ ਕਰਦੇ ਆ। ਬਟ ਜਦੋਂ ਨਵੇਂ ਸੀਗੇ, ਜਵਾਨ ਹੋ ਰਹੇ ਸੀ, ਖੂਨ ਜੋਸ਼ ਸੀ, ਉਦੋਂ ਤਾਂ ਗੁੱਸਾ ਵੀ ਬਹੁਤ ਆਉਂਦਾ ਸੀ, ਜੀ ਕਰਦਾ ਸੀ ਸਿਰ ਫੋੜ ਦਈਏ ਤੇ। ਬਟ ਹੁਣ ਤਾਂ ਆਦਤ ਪੈ ਗਈ, ਹੁਣ ਇੱਦਾਂ ਦੀ ਕੋਈ ਗੱਲ ਨਹੀਂ ਹੈ। ਸਮਾਜ ਨੇ ਐਕਸੈਪਟ ਕੀਤਾ ਤੁਹਾਨੂੰ ਕਿ ਨਹੀਂ? ਨਹੀਂ, ਸਮਾਜ ਚਲੇ ਕੋਈ ਐਕਸੈਪਟੈਂਸ ਨਹੀਂ ਹੈ। ਨਹੀਂ, ਸਮਾਜ ਦੇ ਵਿੱਚ ਅਗਰ ਸਮਾਜ ਸਾਡੇ ਨਾਲ ਮਿਲਣਾ ਚਾਹੁੰਦਾ ਹੈ, ਸਾਡੇ ਕੋਲ ਦੁਆਵਾਂ ਲੈਣਾ ਚਾਹੁੰਦਾ ਹੈ, ਸਾਡੇ ਨਾਲ ਰਹਿਣਾ ਚਾਹੁੰਦਾ ਹੈ, ਸਭ ਕੁਝ ਕਰਨਾ ਚਾਹੁੰਦਾ ਹੈ, ਲੇਕਿਨ ਅਗਰ ਕੋਈ 4 ਜਣਿਆਂ ਦੇ ਵਿੱਚ ਅਸੀਂ ਜਾ ਕੇ ਕਿਸੇ ਵੀ ਪਰਸਨ ਨੂੰ ਕਹੀਏ ਕਿ ਇਹ ਮੇਰਾ ਫਰੈਂਡ ਹੈਗਾ ਤੇ ਉਦੋਂ ਹੀ ਕੱਟ ਜਾਂਦਾ ਸਾਡੇ ਤੋਂ। ਕਿਉਂ ਵਾਈ ਰੀਜ਼ਨ ਸਮਾਜ ਕੋ ਐਕਸੈਪਟੈਂਸ ਨਹੀਂ ਹੈ ਨਾ ਇਹਦੇ 'ਚ। ਇਹਦਾ ਕਹਿਣ ਦਾ ਮਤਲਬ ਹੈ ਕਿ ਸਮਾਜ ਕਹਿੰਦਾ ਹੈ ਕਿ ਤੁਹਾਡਾ ਉਹ ਲੈਵਲ ਨਹੀਂ ਕਿ ਤੁਸੀਂ ਸਾਡੇ ਫਰੈਂਡ ਬਣ ਸਕੋ। ਹਾਂਜੀ, क्योंकि तुसी एक अलग जेंडर हो। हाँ, तुसी अलग जेंडर हो। अब वो मेल और फीमेल दोनों अपने आप को ट्रांसजेंडर से ऊपर मानते हैं। कहना मतलब कि ਤੁਹਾਨੂੰ ਤੀਸਰਾ ਨੰਬਰ ਦਿੱਤਾ ਗਿਆ। ਸਰਕਾਰ ਨੇ ਕਿੱਥੇ ਤੱਕ ਤੁਹਾਨੂੰ ਐਕਸੈਪਟ ਕੀਤਾ? ਸਰਕਾਰ ਨੇ ਕੋਈ ਸੁਵਿਧਾਵਾਂ ਜਾਂ ਕੁਝ ਐਵੇਂ ਦੀ ਚੀਜ਼ਾਂ? ਦੇਖੋ ਜੀ, ਸਰਕਾਰ ਦਾ ਜਿੱਥੋਂ ਤੱਕ ਹੈ 2014 ਤੋਂ ਪਹਿਲਾਂ ਤਾਂ ਟਰਾਂਸਜੈਂਡਰ ਦਾ ਕੋਈ ਅਸਤਿਤਵ ਹੀ ਨਹੀਂ ਸੀਗਾ।
उदा ठीक है, ये बहुत पुरानी सदियां तो चली आ रही है प्रथा कि महाभारत के जमाने च किन्नर सीगे, रामायण के जमाने च भी किन्नर सीगे, मुगलों के शासन च भी किन्नर सीगे, ते बड़ी इज्जत हुंदी सी उस वेले किन्नरां दी। ते सरकार ਜਦੋਂ ਦਾ ਆਪਣਾ ਦੇਸ਼ ਆਜ਼ਾਦ ਹੋਇਆ ਤੇ ਜਦੋਂ ਪ੍ਰਜਾਤੰਤਰ ਲਾਗੂ ਹੋਇਆ ਉਹਦੇ ਬਾਅਦ ਉਹ ਤੋਂ ਪਹਿਲਾਂ ਵੀ ਕਿੰਨਰਾਂ ਦੀ ਦਸ਼ਾ ਥੋੜੀ ਦਇਨੀय ਹੋ ਗਈ ਸੀ। ਹੁਣ ਸਰਕਾਰ ਨੇ ਥਰਡ ਜੈਂਡਰ ਨੂੰ ਅਪਰੂਵਡ ਕੀਤਾ ਹੈ ਕਿ ਇਹ ਮੇਲ ਫੀਮੇਲ ਦੇ ਇਲਾਵਾ ਇੱਕ ਇਹ ਮਤਲਬ ਕਮਿਊਨਿਟੀ ਵੀ ਹੈ ਜਿਹਨੂੰ ਥਰਡ ਜੈਂਡਰ ਕਹਿੰਦੇ ਹੈ। ਤੇ ਇਹ 15 ਅਪ੍ਰੈਲ 2014 ਚ ਸਰਕਾਰ ਸੁਪਰੀਮ ਕੋਰਟ ਨੇ ਬਿੱਲ ਪਾਸ ਕੀਤਾ ਸੀ ਇਹਦਾ। ਤੇ ਉਹਦੇ ਬਾਅਦ ਹੀ ਥੋੜਾ ਜਿਹਾ ਸਾਨੂੰ ਹੌਸਲਾ ਹੋਇਆ ਸੀ ਕਿ ਹੁਣ ਸਾਡੀ ਸੁਣਨ ਵਾਲਾ ਕੋਈ ਆਇਆ ਹੈ। ਤਾਲੀ ਦੀ ਕੀ ਗੱਲ ਹੈ? ਅਗਰ ਇਨਸਾਨ ਤਾਲੀ ਵਜਾਵੇ ਤਾਂ ਐਵੇਂ ਵਜਾਉਂਦਾ ਹੈ, ਜਾਂ ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ। ਕਿੰਨਰ ਦੀ ਤਾਲੀ ਦੀ ਗੱਲ ਦੇਖੀ ਗਈ, ਅਕਸਰ ਕਿੰਨਰ ਤਾਲੀ ਤੋਂ ਹੀ ਪਹਿਚਾਣਿਆ ਜਾਂਦਾ। ਬਾਈ ਚਾਂਸ ਅਗਰ ਉਹ ਤਾਲੀ ਕਿਤੇ ਵਜਾ ਦੇਵੇ, ਇਹਦੀ ਕੋਈ ਪਿੱਛੇ ਕੋਈ ਕਹਾਣੀ ਹੈ ਤਾਲੀ ਦੀ ਕਿ ਇੱਕ ਆਦਤ ਹੈ ਐਵੇਂ ਦੀ ਕਿੰਨਰਾਂ ਦੀ? ਨਹੀਂ, ਇਹ ਤਾਂ ਇੱਕ ਪਹਿਚਾਣ ਦਾ ਜ਼ਰੀਆ ਹੈ ਜੀ। ਕਿੰਨਰ ਤਾਲੀ ਮਾਰਦਾ ਹੈ ਤੇ ਤਾਲੀ ਨਾਲ ਕਿੰਨਰ, ਹਾਂ ਤਾਲ भी ਵੱਖਰੀ निकलती है, बट पहचान भी है किन्नर दी कि मैं ना मेल हाँ ना फीमेल है, मैं अलग हाँ। आप जो समाज की सेवा कर रहे हो, इसके अलावा कुछ और समाज में आप कर रहे हो? हाँ, समाज में तो सेवा तो यही है कि मैं तो किन्नरों पे ही ज़्यादा फोकस रहता है मेरा, किन्नरों पे ही काम करती हूँ। बाकी समाज से तो मेरा यही कहना है कि कोई भी पर्सन है, चाहे वो मेल है फीमेल है चाहे थर्ड जेंडर, एक्सेप्टेंस होनी चाहिए उसकी। एक चीज़ और है, आप लोक अदालत के पहले ऐसे किन्नर हो जिनको नामिनेट किया गया, आप उनकी टीम में हो, कैसे हुआ ये? ये फाउंडेशन मेरी 2012 से रजिस्टर्ड है और मैं छोटे छोटे प्रोग्राम तब से करती आ रही हूँ इसमें, किन्नरों के बारे में, LGBT कम्युनिटी के बारे में। और मैंने एक प्रोग्राम किया था यहाँ पे गुरु नानक भवन में, जिससे मैंने सेशन जज साहब गुरबीर सिंह जी, DC सर और पुलिस सुप्रिटेंडेंट सुखचैन सिंह जी, इन सबको हमने इनवाइट किया था। तो जब उन्होंने मुझे देखा बोलते हुए वहाँ पे, मेरी क्वालिफ़िकेशन देखी, तो मेरा काम देखा किन्नरों के प्रति, और तो इन्होंने सोचा कि मतलब एक हर इंसान की एक स्किल होती है कि जो अगले को प्रभावित करती है, तो वो स्किल इन्होंने पहचानी। तो इन्होंने मुझे अप्रोच किया कि आप हमारे साथ काम कर सकते हो क्या? मैंने कहा मैं बधाई छोड़ दूँगी। तो मैं बधाइयाँ लेने जाती थी, डेरे में रहती थी, तो मैंने कहा मैं छोड़ दूँगी मांगना, वैसे ही मुझे तो मांगना अच्छा नहीं लगता, छोड़ दूँगी। अगर आप मुझे कोई थोड़ा रोज़गार का साधन दे दो तो मैं आपके साथ काम करने को राज़ी हूँ, तैयार हूँ मैं। फिर जब आप इस जगह चले गए तो कुछ एक्सपीरियंस गेन हुआ? क्योंकि जब आप लोक अदालत में बैठते होंगे, तरह तरह के मामले आते होंगे, कोई खास एक्सपीरियंस, कोई खास ऐसी चीज़? नहीं, खास एक्सपीरियंस तो इसमें क्या हो सकता है, लेकिन मामले तो अलग अलग तरह के आते हैं। ज़्यादातर बैंक वाले, ये फाइनेंस वाले मामले भी होते हैं, डिवोर्स के भी आ जाते हैं, लड़ाई झगड़े के भी आ जाते हैं। बट मुझे बहुत मतलब अच्छा फील होता है कि जब मैं जजों के साथ बैठ के और लोगों की समस्याएं सुनती हूँ और लोगों को मैं ऐसे बात करती हूँ कि ये इतनी। और एक नॉलेज ये भी मिला कि जो चीज़ मेरे से छूटी हुई थी, मुझे नहीं पता था क्राइम के बारे में, मुझे नहीं पता था इतना इस भी लोक अदालत के अंदर ऐसे ऐसे केस आते हैं, तो वो बहुत कुछ मुझे सीखने को भी मिला यहाँ पे। अब बहुत सारी ऐसी चीज़ें हैं जो मुझे जर्नली याद है। काउंसलिंग वगैरह भी आप करते हो कभी कभी? हाँ, काउंसलिंग तो मैंने कोर्स भी किया हुआ है MSW का, जो इसमें तो मैं काउंसलिंग भी तो करती हूँ। वैसे मेरी ड्यूटी 3 दिन वहाँ पे होती है सिविल हॉस्पिटल में, जो रेप और एसिड अटैक और डोमेस्टिक वायलेंस के केस आते हैं, तो वहाँ पे विक्टिम्स को हम काउंसलिंग देते हैं। जब आप काउंसलिंग देते हो तो आपको लोग सीरियस लेते हैं? क्योंकि जब आप देखते हो कि ऐसा सोचते होंगे यार ये हमें क्या समझाएंगे। नहीं, ऐसा कुछ नहीं फील किया मैंने कभी, लेकिन लोग बहुत रिस्पेक्ट देते हैं। और कई तो मोस्टली बोलते ये है कि मोहिनी मैडम को बुलाओ, हमने उनसे बात करनी है। ऐसा भी है कई लोगों का, लेकिन मैंने तो ऐसा महसूस नहीं किया कि लोग ये सोचते हो कि किन्नर हमें क्या समझाएंगे। कभी कभी ज़िंदगी में ऐसा ख्याल आया कि आप भी परिवार बसाएं, आपके भी बच्चे हों, चाहे मेल फीमेल हो, कभी ऐसा आया जीवन में कि नहीं यार मैं आऊँ? जीवन में एक आना एक जाना, ये कुदरत का एक नियम है। कभी ऐसी कभी फीलिंग? नहीं, ऐसा तो मैंने कभी नहीं सोचा, क्योंकि मेरी लाइफ इतनी बिजी थी और है, मेरे पास मतलब इतना टाइम नहीं है कि मैं कुछ सोच पाऊँ। बट मैंने 1-2 बार ये ज़रूर सोचा था कि अगर बुढ़ापे में मेरा क्या होगा,
तो वो मैं सोचती हूँ कभी कभी कि कोई बच्चा मैं गोद लेके और पाल लूँ उसको, तो शायद बुढ़ापे मेरा सहारा बन जाए। पर जैसे ही आजकल जो ज़माने का आधार देखते हैं, दुनियादारी देखते हैं, तो जो जन्म लिए हुए बच्चे माँ बाप को नहीं संभाल रहे तो गोद लिए हुए क्या संभालेंगे। ऐसी कौन सी 3 या 2 या 1 चीज़ें हैं जो किन्नर समाज या किन्नरों में आम समाज आम लोगों से बहुत अच्छी पाई जाती है? आज के ज़माने में, जैसे आज का ज़माने का दौर चल रहा है, उसमें हम लोग जो किन्नर लोग हैं, लोगों को दुआएं देते हैं, हमेशा उनके भले का सोचते हैं और उनके घर में खुशी का माहौल चाहते हैं। तो ये आम लोग कोई नहीं चाहेंगे कि आम लोग अगर कोई एक दूसरे के समतल होता है, बराबरी का होता है, तो वो उससे जलने लग जाते हैं। लेकिन हम लोग जलते नहीं हैं। हम लोग ये सोचते हैं कि नहीं, इनको भगवान और दे, इनको देगा भगवान, तो हमारी अपेक्षा रहेगी उनसे कि हमें भी रोटी मिलेगी। और नंबर 2 ये है कि किन्नर कभी किसी का बुरा नहीं चाहता। किन्नर हमेशा सबका खुशहाली चाहती है। किन्नर हमेशा ही लोगों को बहुत ही मतलब खुश देखना चाहते हैं। और बुरी बात तो ये आ गई कि आज जो भीड़ भाड़ का इलाका है, भीड़ भाड़ का जो हमारा दौर ज़िंदगी का चल रहा है, उसके अंदर किन्नर ही एक ऐसी जाति है जो कि किन्नर मतलब वर्ग है। किन्नर ही एक जाति, सॉरी जाति नहीं है, वर्ग बोलेंगे हम इसको। ऐसा वर्ग है जो कि किसी से उसको कुछ नहीं लेना देना। अगर उसके पास है तो वो बांटेगा, अगर उसके पास नहीं है तो वो मांग के खा लेगा। लेकिन उसको ये तमन्ना नहीं रहेगी कि मैं ये भी बना लूँ, मैं ये भी बना लूँ, ये मेरे बेटे के लिए, मेरी बेटी के लिए, मेरे पोते के लिए, पड़पोते के लिए। ऐसा इस कम्युनिटी में नहीं होता। किन्नर समाज के लिए अगर कुछ करना हो तो आप क्या करना चाहोगे कि ये 3 चीज़ें या 4 चीज़ें या 2 चीज़ें, 1 चीज़ें? मैं किन्नर समाज के लिए सिर्फ इतना ही करना चाहूँगी कि मैं गुरुओं से, जो हमारी माइयाँ हैं, बड़ी डेरेदार हैं, और उनके आगे अगर कोई छोटे बच्चे किन्नर हैं तो वो उनको पढ़ाए, उनको अपने पैरों पे खड़ा करे और उनको एक अच्छा नागरिक बनाने की सोच रखे दिमाग में, ताकि जो कल्चर हमारा है उसको तो फॉलो करे सो करे, लेकिन इसके अलावा भी ऐसा बनाए इंसान को कि वो दुनिया ये ना बोले कि वो हिंजड़ा जा रहा है, दुनिया ये बोले कि वो एसपी जा रहा है, वो कलेक्टर जा रहा है, वो थानेदार जा रहा है, वो थानेदार नहीं जा रही है। ऐसा सुनना मैं पसंद करूँगी सबको। कहीं ना कहीं आप हमें, अच्छा हम इसलिए कह रहे हैं कि आप कोई 2 गाने की लाइनें सुना दीजिए हमें जो एक हमारे समाज में ढुकती हों, कोई भी 2 लाइनें। अब समाज में ढुकने वाली जो आपको पसंद हो, कोई भी 2 लाइन। वैसे तो 2 साल से मैंने गाने गाए नहीं हैं, मैंने छोड़ दिया गाना, बट मैं आपको एक गाना सुनाती हूँ। जब मैं बधाइयाँ लेने जाती तब मैं गाती थी। मेरा मतलब ये 2-3 गाने जो फेवरेट थे, तो उसमें है मेरा रुसिया गुलाबी चीरे वाला नी किवें मैं मनावा टोल नूं, मेरा रुसिया गुलाबी चीरे वाला ने किवें मैं मनावा टोल नूं। बस इतना ही याद है अभी तो। चलिए, आपकी आवाज़ बहुत अच्छी है। आप पीएचडी अभी कर रहे हो, कोशिश कर रहे हो, कहाँ पे पीएचडी कर रहे हो, थोड़ा बताइए। मैं इग्नू से कर रही हूँ जी पीएचडी, और अभी मैं तैयारी चल रही है। वैसे मेरा कोई एग्ज़ाम वगैरह हुआ नहीं है, कोई लेटर मेरे को आया नहीं है अभी तक। बाकी मैं तैयारी कर रही हूँ, पढ़ रही हूँ, सोशल वर्क कर रही हूँ, लोगों से डाटा कलेक्ट कर रही हूँ। तैयारियाँ मेरी ज़ोरों शोरों पे है, लेकिन देखते हैं क्या होता है आगे। आप हमारे दर्शकों को, आम समाज को अगर कुछ संदेश देना चाहो तो आप क्या कहोगे? मैं आम समाज को यही कहना चाहूँगी कि इंसान इंसान ही होता है, चाहे वो किन्नर है, चाहे वो मेल है, चाहे वो फीमेल है। छोटा बड़ा इंसान में कोई नहीं होता। छोटे बड़े इंसान के कर्म होते हैं। कोई भी अच्छा कर्म करता है तो उसको, इंसान को अच्छा नज़र से देखो। अगर कोई बुरा कर्म करता है तो उसको बुरे कर्म से देखो। ज़रूरी नहीं है कि किन्नर बुरा होता है, नहीं, किन्नर बहुत अच्छे भी होते हैं, एजुकेटेड भी होते हैं, पढ़े लिखे भी होते हैं, दानी सज्जन भी होते हैं। तो उनको मतलब एक इंसान की नज़र से देखा जाए। एक क्वेश्चन मेरा रह गया, मुझे अब ध्यान में आया। मैंने ये देखा है कि ज़्यादातर किन्नर नशा बहुत करते हैं, क्या ये सच है? लोग कई कहते हैं यार इन्होंने मांग के शराब ही पीनी होती है, इन्होंने मांग के सुल्फा ही पीना होता है। कई लोगों से मैंने ये चीज़ सुनी। नहीं, ये कई बहुत सी गलत धारणाएं हैं समाज में, इसीलिए तो किन्नर को लोग एक्सेप्ट नहीं करते। ऐसा कुछ भी नहीं है कि किन्नर नशा बहुत करते हैं। मैं कोई नशा नहीं करती,
और मैं कोई सुल्फा नहीं पीती, मैं कोई नशा नहीं करती, दाल रोटी मिल जाए प्रभु के गुण गाओ, दाल रोटी खाओ और प्रभु के गुण गाओ। और ये कई तरह की बहुत सारी भ्रांतियाँ लोगों में फैला रखी है, और फैलाने वाले भी लोग ही हैं। लेकिन ऐसा कुछ भी नहीं है कि किन्नर बहुत ज़्यादा नशा करते हैं, बहुत ज़्यादा सुट्टा पीते हैं, बहुत ज़्यादा सुल्फा पीते हैं, ऐसा कुछ भी नहीं है। आम दुनिया भी नशा करती है, लोग चिट्टा भी लगाते हैं, बहुत से लोग, बहुत सी जनानियाँ भी लगाती हैं, बहुत से बंदे भी लगाते हैं। पर अगर किन्नर कर ले तो अलग नज़र से देखा जाता है। किन्नर करे तो अलग नज़र से देखा जाए, तो ये मतलब एक समाज का देखने का नज़रिया ही अलग है। अच्छा, एक चीज़ और देखी गई है, जो किन्नर है बधाइयों में अड़ जाते हैं, वो देखते नहीं है गरीब है अमीर है, वो जब बधाई मांगने जाते हैं तो कभी कभी ये मैंने कईयों से सुना है कि वो अड़ गए तो उन्होंने लेना ही लेना है। क्या ये सच है? नहीं, ऐसा भी नहीं है, घर देख के बधाई ली जाती है। अगर किन्नर को लगता है कि इस घर से मुझे 5,000 रुपये मिलेंगे तो वो 5,000 की डिमांड ही करेगा। अगर उसको लगता है इस घर से 11,000 मिलेंगे तो वो 11,000 की डिमांड करेगा। बहुत से ऐसे घर भी होते हैं जहाँ से 1,100 रुपये भी लेके आते हैं। बहुत से, मैं तो बधाइयों पे जाती थी तो मैं तो 500 भी ले आती थी। और ऐसे भी कई परिवार देखे हैं जिनको मैं पल्ले से भी दे के आई हुई हूँ पैसे, जिनके पास रोटी पानी के नहीं थे खाने के लिए। एक उदाहरण बताती हूँ मैं आपको। मैं एक बार बारिश में गई थी बधाई लेने, तो वो एक कोई टीन टप्पर सा था, भैये थे वो यूपी बिहार वाले। तो उसकी घरवाली का लड़का हुआ था, तो मेरे को पड़ोसियों ने बताया ऊपर से बारिश हो रही थी कि इनके लड़का हुआ है। मैं अंदर गई तो वो एक ऐसे जो बोरी टाट पट्टी नहीं होती उस पर पड़ी थी, एक टूटा सा कंबल, एक छोटा सा बच्चा उसका घर बड़ा लेके ऐसे बैठा था। तो जैसे हम बधाई लेने गए तो वो रोने लग गया। मैंने कहा रो क्यों रहे भाई? बोला कि भगवान ने मेरे को लड़का तो दिया, बट मैं आपको क्या दूं, मेरे पास कुछ देने के लिए नहीं, हम तो भूखे बैठे हैं आप। तो मैं उसको पैसे भी दे के आई, आटा भी दे के आई, एक कंबल था मेरे पास वो भी मैं उसको दे के आई। फिर जब तेरे पास हो तो भी दे देना। और उस आदमी ने 6 महीने बाद मुझे 1,700 रुपये बधाई भी दी थी। तो ऐसा तो सोचना गलत है, लेकिन लोगों में जो अपने अपने मुंह है, अपनी अपनी बात है, अपने अपने विचार है, जैसी मर्जी होती है वैसे रख देते हैं। आपने हमसे बात की, अपना समय दिया, आपके आप बहुत बहुत धन्यवाद जी। थैंक यू जी, आपका भी बहुत बहुत धन्यवाद। आप हमारे पास आए और हमारी प्रॉब्लम में हमारी बातें सुनी, अच्छा लगा। दोस्तों, ये सीगे मोनी मंथ, हमने इनसे बात की है। इन्होंने अपने जीवन के वो लम्हे हमारे साथ साझे किए हैं जो इन्होंने बिताए हैं। इन्होंने बधाइयाँ भी मांगी हैं, इन्होंने लोक अदालत में फैसले भी किए हैं। ये है जीवन का बदलाव। एक जज्बा था, एक सोच थी कि शुरू से कि मैंने ये करना है तो करना है। दोस्तों, ये एक एग्जाम्पल सेट होता है आज हमारे समाज के लिए कि हमें अगर समाज में रहना है तो अगर हम कुछ भी ठान लें तो वो संभव है। दूसरी तरफ अगर इनको मौका मिला तो ये कहते हैं कि मैं कोशिश ये करूंगी कि किन्नर बिरादरी के जो अब नए बच्चे बढ़ रहे हैं उनमें एजुकेशन का स्टैंडर्ड बढ़े, उनको हम पढ़ाने की कोशिश करें, उनका हम लेवल वहाँ तक लेके आए। कोई ये ना कहे किन्नर जा रहा है, कोई ये कहे आईपीएस अधिकारी, डीएसपी जा रहा है, एसएसपी जा रहा है, कारपोरेशन का अफसर जा रहा है। कहने का मतलब कि एक माइंड सेटअप चेंज हो। दूसरी चीज़ जो मुझे बहुत पसंद आई, बहुत अच्छी बात इन्होंने कही कि किन्नर के पास खोने के लिए कुछ नहीं है। वो अगर किसी के घर जाता है तो वो दुआ दे के आता है। आम इंसान में लालच इसलिए होता है कि उसने अपने बच्चे पालने होते हैं। किन्नर के पास अपने बच्चे नहीं होते, समाज होता है। समाज को वो मेंटेन करने के लिए ऐसी सेवाएं निभाते हैं। इस करके वो हमेशा उनके मुंह से दुआएं निकलती हैं, बद्दुआएं नहीं निकलती हैं। एक दूसरे से लड़ने की जो एक दूसरे की जलन भावना है, एक दूसरे को नीचा गिराने वाली भावना है, शायद इंसान में हो, लेकिन ये थर्ड जेंडर में नहीं है। दोस्तों, हमें तो बात करके बहुत कुछ समझ आया और बहुत कुछ सीखा। अगर आपको लगता हो कि आपने कुछ सीखा या आपको कुछ समझ आया या आप कुछ और पूछना चाहते हो, हम आने वाले समय में अगर इस तरह के किसी और पर्सनालिटी से मिलें तो आप नीचे दिए नंबर और मेल आईडी पे हमें संपर्क कर सकते हो और अपना क्वेश्चन हमें भेज सकते हो। और आपको ये प्रोग्राम कैसा लगा आप वो भी बता सकते हो। दोस्तों, जल्द ही हम किसी और पर्सनालिटी के साथ मिलेंगे और आपके रूबरू कराएंगे। कैमरामैन जग्गी के साथ मैं अरविंदर सराना, हिंदुस्तान नाउ।